ਜਥੇਬੰਦੀਆਂ ਜਿਹੜੀਆਂ ਚੋਣ ਲੜ ਰਹੀਆਂ ਨੇ ਉਹ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਸਿਸਟਮ ਦੇ ਵਿੱਚ ਰਹਿ ਕੇ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ। ਤੁਸੀਂ ਕਹਿ ਰਹੇ ਹੋ ਕਿ ਇਕੱਲਾ ਵਿਰੋਧ ਹੈ ਉਸੇ ਨਾਲ ਸਿਸਟਮ ਬਦਲਿਆ ਜਾ ਸਕਦਾ ਹੈ। ਉਹ ਕਹਿੰਦੇ 11 ਮਹੀਨੇ 12 ਮਹੀਨੇ ਬਹਿ ਕੇ ਵੇਖ ਲਿਆ, 750 ਤੋਂ ਵੱਧ ਸ਼ਹੀਦੀਆਂ ਹੋ ਗਈਆਂ, ਲੇਕਿਨ ਬਾਅਦ ਦੇ ਵਿੱਚ ਸਰਕਾਰ ਜਾਗੀ ਹੈ। ਜੇਕਰ ਅਸੀਂ ਸਰਕਾਰ ਦਾ ਹਿੱਸਾ ਹੋਵਾਂਗੇ ਜਾਂ ਸਿਸਟਮ ਦੇ ਵਿੱਚ ਹੋਵਾਂਗੇ ਤੇ ਉਨ ਪਾਲਿਸੀਆਂ ਦੀ ਖਿਲਾਫਤ ਸਿਸਟਮ ਦੇ ਵਿੱਚ ਰਹਿ ਕੇ ਕਰਾਂਗੇ ਜਿਹੜੀ ਕਿਸਾਨ ਮਾਰੂ ਹੋਣਗੀਆਂ, ਜਿਹੜੀ ਸਮਾਜ ਮਾਰੂ ਹੋਣਗੀਆਂ। ਤੁਸੀਂ ਕਿੱਦਾਂ ਇਸ ਨੂੰ ਦੇਖਦੇ ਹੋ? देखो एक तजर्बा है, एक गल की है भी सिस्टम सुधारना है तो किमें सुधारना। ਇਹਦਾ ਇਹ ਨਹੀਂ ਵੀ ਇੱਕੋ ਹੀ ਰਾਹ ਹੈ, ਕਿਸੇ ਨੇ ਕੋਈ ਰਾਹ ਚੁਣ ਲਿਆ, ਕਿਸੇ ਨੇ ਕੋਈ ਰਾਹ ਚੁਣ ਲਿਆ। ਕਿਸੇ ਨੂੰ ਇਹ ਲੱਗਦਾ ਹੈ ਵੀ ਅਸੀਂ ਸਿਸਟਮ ਦੇ ਵਿੱਚ ਜਾ ਕੇ ਸਿਸਟਮ ਨੂੰ ਸੁਧਾਰ ਸਕਦੇ। ਕੋਈ ਸਿਸਟਮ ਨੂੰ ਅੰਗਦਾ ਹੈ ਵੀ ਯਾਰ ਸਿਸਟਮ ਕਿੱਡਾ ਵੱਡਾ ਹੈ ਤੇ ਇਹਨੂੰ ਹੱਥ ਕਿਹੜੇ ਪਾਸਿਓਂ ਪਾਈਏ। ਲੋਕਾਂ ਨੂੰ ਅਵੇਅਰ ਕਰ ਲਈਏ, ਲੋਕਾਂ ਨੂੰ ਜਾਗਰਤ ਕਰ ਲਈਏ, ਲੋਕਾਂ ਨੂੰ ਗੱਲ ਦਾ ਪਤਾ ਲੱਗ ਜੇ ਵੀ ਤੁਹਾਡਾ ਦੁਸ਼ਮਣ ਕੌਣ ਹੈ, ਤੁਹਾਡੀ ਲੁੱਟ ਕਿਵੇਂ ਹੁੰਦੀ ਹੈ, ਕੌਣ ਕਰਦਾ ਇਹ ਪਾਲਿਸੀਆਂ ਆਉਂਦੀਆਂ ਕਿੱਥੋਂ ਨੇ। ਇਹ ਗੱਲ ਪਹਿਲਾਂ ਜ਼ਰੂਰੀ ਹੈ ਕਿ ਸਿੱਧਾ ਜਾ ਕੇ ਉਹਦੇ ਵਿੱਚ ਛਾਲ ਮਾਰ ਕੇ ਸਿਸਟਮ ਦੇ ਵਿੱਚ ਲਪੇਟੇ ਜਾਈਏ ਤੇ ਉਹਦੇ ਵਿੱਚ ਹੀ ਡੁੱਬ ਜਾਈਏ। ਸਾਡਾ ਇਹ ਸੋਚਣਾ ਹੈ ਵੀ ਕਿਹੜੇ ਪਾਸਿਓਂ ਹੱਥ ਪਾਈਏ। ਸਿਸਟਮ ਬਦਲਣਾ ਹੈ, ਇੱਕ ਪਾਸਿਓਂ ਹੱਥ ਪਾ ਲਈਏ, ਹੇਠਾਂ ਤੋਂ ਹੱਥ ਪਾ ਕੇ ਤਾਹਾਂ ਨੂੰ ਜਾਈਏ ਕਿ ਸਿਰ ਤੇ ਬਹਿ ਕੇ ਹੇਠਾਂ ਨੂੰ ਆਈਏ। ਇਸ ਗੱਲ ਦਾ ਸਵਾਲ ਹੈ। ਬਹੁਤ ਸਾਰੇ ਸਾਥੀਆਂ ਨੇ ਇਹ ਜਿਹਾ ਸੁਪਨਾ ਪਾਲਿਆ। ਪਹਿਲਾਂ ਭੁਪਿੰਦਰ ਸਿੰਘ ਮਾਨ ਉਹ ਰਾਜ ਸਭਾ ਦੇ ਮੈਂਬਰ ਰਹੇ ਹੈ। ਉਹਦਾ ਇਹ ਸੀ ਮੈਂ ਆਵਾਜ਼ ਬੁਲੰਦ ਕਰਕੇ ਸ਼ਾਇਦ ਮੈਂ ਸਿਸਟਮ ਨੂੰ ਸੁਧਾਰ ਦੂੰ। ਰਾਜੇ ਲੱਖੋਵਾਲ ਸਾਹਿਬ ਨੇ ਇੱਕ ਪਾਰਟੀ ਬਣਾਈ ਸੀ, ਲੋਕ ਹਿੱਤ ਪਾਰਟੀ, ਉਹਨੂੰ ਵੀ ਚੋਣਾਂ ਲੜ ਕੇ ਮੈਂ ਕੋਈ ਸਿਸਟਮ ਸੁਧਾਰ ਦੂੰ। ਫਿਰ 15 ਸਾਲ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ। ਉਹਦੇ ਵਿੱਚ ਉਹਨਾਂ ਨੂੰ ਸੁਪਨਾ ਸੀ ਮੈਂ ਕੁਝ ਸੁਧਾਰ ਦੂੰ, ਨਹੀਂ ਸੁਧਾਰ ਸਕਦਾ। ਸਿਸਟਮ ਦੇ ਵਿੱਚ ਵੜ ਕੇ ਕੁਝ ਸੁਧਾਰਿਆ ਜਾ ਸਕਦਾ, ਕਿੰਨੀ ਵੱਡੀ ਗੱਲ ਹੈ। ਇਹ ਸਾਥੀਆਂ ਦਾ ਭੁਲੇਖਾ, ਉਹ ਕਰ ਲੈਣ, ਉਹ ਕਰਕੇ ਦੇਖ ਲੈਣ। ਪਰ ਅਸੀਂ ਇਹ ਸਮਝਦੇ ਹਾਂ ਅਸੀਂ ਸਿਸਟਮ ਨੂੰ ਇੱਕ ਪਾਸੋਂ ਲੋਕਾਂ ਨੂੰ ਅਵੇਅਰ ਕਰਕੇ, ਲੋਕਾਂ ਨੂੰ ਜਾਗਰਤ ਕਰਕੇ, ਜਿਵੇਂ ਤੁਸੀਂ ਇੱਕ ਮੈਂ ਤੁਹਾਨੂੰ ਉਦਾਹਰਨ ਦੇਣਾ ਚਾਹੁੰਦਾ, ਲੰਮੀ ਜਾਂਦੀ ਹੈ ਗੱਲ ਆਪਣੀ, ਵੀ ਜਿਹੜਾ ਆਹ ਘੋਲ ਅੰਦੋਲਨ ਲੜਿਆ, ਇਹ ਅੰਦੋਲਨ ਦਾ ਜਿੱਤ ਦਾ ਕਾਰਨ ਇਹ ਹੈ ਵੀ ਇਹਦੇ ਚ ਕੋਈ ਸਿਆਸੀ ਪਾਰਟੀ ਨਹੀਂ ਸੀ ਸਟੇਜ ਤੇ ਚੜ੍ਹਨ ਦਿੱਤੀ, ਕੋਈ ਧਰਮ ਦਾ ਨਹੀਂ ਬਣ ਦਿੱਤਾ, ਕਿਸੇ ਰਾਜ ਦਾ ਨਹੀਂ ਬਣ ਦਿੱਤਾ, ਕਿਸੇ ਇੱਕ ਕਿੱਤੇ ਦਾ ਘੋਲ ਨਹੀਂ ਬਣਿਆ। ਜੇ ਪਹਿਲਾਂ ਨਹੀਂ ਪੋਲੀਟੀਕਲ ਤਾਂ ਅਸੀਂ ਵੀ ਪੋਲੀਟੀਕਲ ਆ ਬਾਈ। ਤੁਸੀਂ ਕਿਸੇ ਨੂੰ ਪੋਲੀਟੀਕਲ ਕਿਵੇਂ ਆ? ਪੋਲੀਟੀਕਲ ਹੋਣਾ ਇੱਕ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਬੰਦਾ ਹੋਣਾ। ਪੋਲੀਟੀਕਲ ਪਾਰਟੀ ਹੈ। ਹੁਣ ਦੇਖੋ ਪੋਲੀਟੀਕਲ ਪਾਰਟੀਆਂ ਨਹੀਂ ਚੋਣ ਲੜ ਰਹੀਆਂ, ਪਾਰਟੀਆਂ ਤਾਂ ਚੋਣ ਲੜਦੀਆਂ ਨੇ। ਉਹਨਾਂ ਦੇ ਟ੍ਰੇਡ ਆਰਗੇਨਾਈਜੇਸ਼ਨਾਂ ਹੋਣਾ, ਕਿਸਾਨ ਆਰਗੇਨਾਈਜੇਸ਼ਨ ਹੋਣਾ ਅੱਡ ਗੱਲ ਹੈ। ਇਹ ਸਾਡੀ ਮਾਨਤਾ, ਉਹ ਆ ਸਕਦੇ ਆ ਵਿੱਚ। ਉਹ ਜਿਹੜੀ 15 ਜਨਵਰੀ ਦੀ ਮੀਟਿੰਗ ਹੈ ਸਾਡੀ ਸਟੈਂਡ ਕਰਦੀ ਹੈ। ਉਹ ਜਿਹੜੇ ਸਮਝੌਤੇ ਸਾਨੂੰ ਗ੍ਰਹਿ ਮੰਤਰਾਲੇ ਵੱਲੋਂ ਲਿਖਤੀ ਚਿੱਠੀ ਮਿਲੀ ਸੀ ਵੀ ਉਹ ਲੇਖਮਪੁਰੀ ਘਟਨਾ ਦਾ ਕੀ ਬਣ ਗਿਆ, ਅਜੈ ਮਿਸਰਾ ਦਾ ਕੀ ਬਣ ਗਿਆ, MSP ਦੀ ਕਮੇਟੀ ਬਣਾਉਣੀ ਸੀ ਉਹਦਾ ਕੀ ਬਣ ਗਿਆ, ਜਿਹੜੇ ਕੇਸ ਵਾਪਸੀ ਦੀ ਗੱਲ ਸੀ ਦਿੱਲੀ ਵਾਲੇ ਤੇ ਹਰਿਆਣੇ ਵਾਲੇ, ਉਹਨਾਂ ਗੱਲਾਂ ਦਾ ਕੀ ਬਣ ਗਿਆ, ਉਹਦਾ ਜਾਇਜ਼ਾ ਲੈਣਾ, ਰਿਪੋਰਟ ਲੈਣੀ ਹੈ। ਉਸ ਤੋਂ ਬਾਅਦ ਆ ਜਿਹੜੀਆਂ 22 ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ, ਇਹਨਾਂ ਨਾਲ ਰਿਸ਼ਤੇ ਕਹੇ ਜੇ ਰੱਖਣ, ਉੱਥੇ ਇਹ ਗੱਲਾਂ ਤੈਅ ਹੋਣਗੀਆਂ। ਉਸ ਤੋਂ ਬਾਅਦ ਕੋਈ ਐਕਸ਼ਨ ਪ੍ਰੋਗਰਾਮ ਵੀ ਦਿੱਤਾ ਜਾ ਸਕਦਾ। ਤੁਹਾਡੇ ਤੱਕ ਅਪਰੋਚ ਕੀਤੀ ਕਿਉਂਕਿ ਤੁਸੀਂ ਬਹੁਤ ਵੱਡੀ ਜਥੇਬੰਦੀ ਹੋ ਪੰਜਾਬ ਦੀ। ਜਿਹੜੇ SSO ਬਣਿਆ ਉਹ ਕੱਲ ਉਹਨਾਂ ਦੇ ਬਿਆਨ ਸੀ ਕਿ ਉਗਰਾਹਾਂ ਸਾਹਿਬ ਸਾਡੇ ਵੱਡੇ ਭਰਾ ਨੇ, ਉਹ ਸਾਡੇ ਨਾਲ ਆ ਜਾਣਗੇ। ਤੁਹਾਡਾ ਇੱਕ ਕਮੇਟੀ ਬਣਾਈ ਗਈ ਹੈ, ਤੁਹਾਡੇ ਨਾਲ ਹੁਣ ਤੱਕ ਰਾਬਤਾ ਹੋਇਆ ਇਲੈਕਸ਼ਨ ਲੜਨ ਨੂੰ ਲੈ ਕੇ? ਇਹਦੇ ਨਾਲ ਹੀ ਦੇਖੋ ਇਹ ਬਿਲਕੁਲ ਹਾਂਜੀ ਇਹਦੇ ਨਾਲ ਹੀ ਜੁੜਦਾ। ਇਹ ਵੀ ਕਿਹਾ ਸੀ ਰਾਜੇਵਾਲ ਸਾਹਿਬ ਨੇ ਕਿ ਉਗਰਾਹਾਂ ਸਾਹਿਬ ਕੋਲੇ ਜਾਂ ਉਗਰਾਹਾਂ ਜਥੇਬੰਦੀ ਦੇ ਕੋਲ ਸਾਡੇ ਕੋਲੇ ਆਉਣ ਤੋਂ ਬਿਨਾਂ ਹੋਰ ਕੋਈ ਰਸਤਾ ਹੈ ਨਹੀਂ। ਉਹ ਸਾਡੇ ਚਲੋ ਉਹ ਜੋ ਵੀ ਮਰਜ਼ੀ ਕਹਿ ਸਕਦੇ ਆ, ਉਹਨਾਂ ਦਾ ਹੱਕ ਹੈ। ਅਸੀਂ ਤਾਂ ਇਹ ਸਪਸ਼ਟ ਕਰਨਾ ਚਾਹੁੰਦੇ ਆ ਬਈ ਜਿਹੜਾ ਕਿਸਾਨੀ ਦਾ ਘੋਲ ਚੱਲਿਆ, ਜਿਹਦੇ ਚ ਕੱਲੀਆਂ ਕਿਸਾਨ ਜਥੇਬੰਦੀਆਂ ਨੇ ਨਹੀਂ, ਬਹੁਤ ਸਾਰੀਆਂ ਦੁਕਾਨਦਾਰਾਂ ਦੀਆਂ, ਪੱਤਰਕਾਰਾਂ ਦੀਆਂ, ਵਕੀਲਾਂ ਦੀਆਂ, ਖੇਤ ਮਜ਼ਦੂਰਾਂ ਦੀਆਂ, ਸਾਰਿਆਂ ਨੇ ਯੋਗਦਾਨ ਪਾਇਆ। ਉਹਦੇ ਵਿੱਚ ਉਹ ਜਥੇਬੰਦੀਆਂ ਵੀ ਸ਼ਾਮਲ ਸੀ। ਇਸ ਵੇਲੇ ਵੀ ਉਹ ਜਥੇਬੰਦੀਆਂ ਬਿਆਨ ਦੇ ਰਹੀਆਂ ਕਿ ਅਸੀਂ 15 ਦੀ ਮੀਟਿੰਗ 'ਚ ਕੋਈ ਸਾਂਝਾ ਪ੍ਰੋਗਰਾਮ ਉਲੀਕਾਂਗੇ। ਅਗਲੀ ਗੱਲ ਜਿਹੜੀ ਮੈਂ ਦੱਸਣੀ ਚਾਹੁੰਦਾ, ਜਿਹੜੀ ਬਾਰ-ਬਾਰ ਆ ਰਹੀ ਹੈ ਵੀ ਤੁਸੀਂ ਫਿਰ ਕਿਵੇਂ ਕਰੋਗੇ, ਅਸੀਂ ਸਾਫ਼ ਕਰ ਚੁੱਕੇ ਹਾਂ, ਹੋਰ ਸਾਫ਼ ਕਰ ਦਿੰਦਾ ਮੈਂ। ਕਿਵੇਂ? ਕਿਸਾਨੀ ਦੇਸ਼ ਦੀ ਸਭ ਤੋਂ ਵੱਡੀ ਜਮਾਤ ਹੈ।
ਇਹ ਕਿਸਾਨੀ ਨੂੰ ਅਸੀਂ ਜਥੇਬੰਦ ਕਰਨ ਤੇ ਪੂਰਾ ਤਾਣ ਲਾਇਆ ਹੋਇਆ। ਸਭ ਤੋਂ ਵੱਧ ਰੁਜ਼ਗਾਰ ਹੈ ਇਹਦੇ 'ਚ, ਸਭ ਤੋਂ ਵੱਧ ਪੀੜਿਤ ਹੋਈ ਹੈ, ਦੱਬੀ ਹੋਈ ਹੈ, ਕੁਚਲੀ ਹੋਈ ਹੈ, ਖੁਦਕੁਸ਼ੀਆਂ ਲਈ ਮਜਬੂਰ ਕੀਤੀ ਹੋਈ ਹੈ। ਇਹਨੂੰ ਜਥੇਬੰਦ ਜਦੋਂ ਕਰਦੇ, ਜਦੋਂ ਇਹ ਕਰੜੇ ਸੰਘਰਸ਼ ਲੜਦੀ ਹੈ ਤਾਂ ਸਾਰੇ ਇਹਦੇ ਵੱਲ ਝਾਕਦੇ ਆ ਤੇ ਆਉਂਦੇ। ਇਹਨੇ ਧੁਰਾ ਬਣਨਾ ਹੈ ਲੋਕ ਲਹਿਰ ਦਾ। ਅਸੀਂ ਲੋਕ ਲਹਿਰ ਬਣਾਉਣ ਵਾਸਤੇ ਸਾਡੀ ਸਿਆਸਤ ਇਹ ਹੈ ਜਥੇਬੰਦੀ ਦੀ, ਚੋਣਾਂ 'ਚ ਨਹੀਂ। ਅਸੀਂ ਤਾਂ ਲੋਕ ਲਹਿਰ ਬਣਾਉਣੀ ਹੈ। ਚੋਣਾਂ ਰਾਹੀਂ ਲੋਕ ਲਹਿਰ ਨਹੀਂ ਬਣ ਸਕਦੀ, ਵੋਟਾਂ ਰਾਹੀਂ ਲੋਕ ਲਹਿਰ ਨਹੀਂ ਬਣ ਸਕਦੀ। ਅਸੀਂ ਲੋਕ ਲਹਿਰ ਬਣਾਉਣੀ ਹੈ ਜਿਹਦਾ ਧੁਰਾ ਕਿਸਾਨੀ ਨੇ ਬਣਨਾ ਹੈ। ਅਸੀਂ ਤਾਂ ਇਹ ਵੀ ਚਾਹਾਂਗੇ ਕਿ ਜਿੱਦਾਂ ਭੁਲੇਖਾ ਨਿਕਲ ਗਿਆ 24 ਜਾਂ 22 ਜਥੇਬੰਦੀਆਂ ਦਾ ਚੋਣ ਲੜਨ ਵਾਲਾ, ਇਹਦੇ ਰਾਹੀਂ ਸੁਧਾਰ ਕਰਨ ਵਾਲਾ, ਕਿਸਾਨ ਪੱਖੀ ਨੀਤੀਆਂ ਲਿਆਉਣ ਵਾਲਾ, ਉਹ ਵੀ ਕਹਿ ਰਹੇ ਆ ਵੀ ਅਸੀਂ ਸੰਯੁਕਤ ਮੋਰਚੇ ਦੇ ਵਿੱਚ ਆ। ਅਸੀਂ ਵੀ ਸਮਝਦੇ ਹਾਂ ਵੀ ਵਿੱਚ ਹੀ ਆ। ਜੇ ਉਹ ਇੱਕ ਵਾਰੀ ਜਿੱਤ, ਆਪਾਂ ਵੱਡੀ ਜਿੱਤ ਲਈ, ਲੋਕਾਂ ਨੇ ਗਾਹਾਂ ਮੰਗਾਂ ਖੜੀਆਂ, ਉਹਦੇ ਵਿੱਚੋਂ ਵੀ ਖੜੀਆਂ MSP ਵਾਲੀ ਜਾਂ ਕੇਸਾਂ ਦੀ ਵਾਪਸੀ ਵਾਲੀ ਜਾਂ ਲਖੀਮਪੁਰ ਵਾਲੀ, ਆਹ ਵੱਡੀਆਂ ਮੰਗਾਂ ਜਿਹੜੀਆਂ ਹੈਗੀਆਂ ਇਹ ਵੀ ਖੜੀਆਂ। ਇਹਨਾਂ ਤੇ ਏਕਾ ਬਣਾਈ ਰੱਖਾਂਗੇ, ਉਹਨਾਂ ਨਾਲ ਵੀ ਤੇ ਹੋਰ ਜਥੇਬੰਦੀਆਂ ਨਾਲ ਵੀ। ਪੂਰੇ ਦੇਸ਼ ਦੀ ਲੋਕ ਲਹਿਰ ਪੈਦਾ ਕਰਨ ਦਾ ਸਾਡਾ ਟੀਚਾ ਹੈ। ਸਾਡੀ ਜਥੇਬੰਦੀ ਦੇ ਵਿਧਾਨ 'ਚ ਇਹ ਗੱਲਾਂ ਲਿਖੀਆਂ ਹੋਈਆਂ। ਉਹਦੇ ਸਿਰ ਤੇ ਆਹ ਤਬਦੀਲੀਆਂ ਜਿਹੜੀਆਂ ਚਾਹੁੰਦੇ ਆ ਵੀ ਕਾਰਪੋਰੇਟ ਸਾਮਰਾਜੀਆਂ ਦਾ ਜਿਹੜਾ ਸਾਡੇ ਤੇ ਗਲਬਾ ਹੈ, ਚੋਰ ਗੁਲਾਮੀ ਚੱਲ ਰਹੀ ਹੈ ਇਸ ਵੇਲੇ, ਸਿੱਧੀ ਗੁਲਾਮੀ ਬੇਸ਼ੱਕ ਨਹੀਂ, ਉਹ ਵੀ ਖਤਮ ਹੋਵੇ। ਤੇ ਜਿਹੜਾ ਆਹ ਸੂਦਖੋਰਾਂ ਦਾ, ਜਗੀਰਦਾਰਾਂ ਦਾ ਗਲਬਾ, ਖੇਤੀ ਦੀ ਕਮਾਈ ਅੱਧੀ ਇਹੀ ਖਾ ਜਾਂਦੇ ਆ, ਅੱਧੀ ਕਾਰਪੋਰੇਟ ਲੈ ਜਾਂਦੇ ਲੁੱਟ ਕੇ, ਇਹ ਸਾਰਾ ਕੁਝ ਖਤਮ ਕਰਨ ਤੇ ਸਾਡਾ ਤਾਣ ਲੱਗਿਆ ਹੋਇਆ। ਉਹਦੇ ਦੁਆਲੇ ਲੋਕ ਲਹਿਰ ਬਣਨੀ ਹੈ। ਉਦੋਂ ਮਗਰੋਂ ਲੋਕ ਸੋਚ ਲੈਣਗੇ ਵੀ ਹੁਣ ਬੁਨਿਆਦੀ ਤਬਦੀਲੀ, ਲੋਕਾਂ ਦੀ ਪੁੱਗਤ, ਕਿਸਾਨਾਂ, ਮਜ਼ਦੂਰਾਂ, ਕਿਰਤੀਆਂ ਦੀ ਪੁੱਗਤ ਕਿਵੇਂ ਲਿਆਉਣੀ ਹੈ। ਕੋਈ ਪੋਲੀਟੀਕਲ ਪਾਰਟੀ ਵੀ ਵਿੱਚੋਂ ਨਿਕਲ ਸਕਦੀ ਹੈ, ਜਿਵੇਂ ਇਸ ਘੋਲ ਦੇ ਵਿੱਚੋਂ ਸੰਯੁਕਤ ਮੋਰਚਾ ਨਿਕਲਿਆ। ਕਦੇ ਨਹੀਂ ਸੀ ਇਸ ਤਰ੍ਹਾਂ ਏਕਾ ਹੋਇਆ ਜਥੇਬੰਦੀਆਂ ਦਾ। ਐਂ ਜਦੋਂ ਲਹਿਰ ਵਧੂਗੀ, ਉਹਦੇ ਵਿੱਚੋਂ ਨਵੇਂ-ਨਵੇਂ ਤਰੀਕੇ, ਨਵੇਂ-ਨਵੇਂ ਰੂਪ ਕੱਢੇ ਜਾਣਗੇ। ਇਹ ਸਾਡਾ ਟੀਚਾ। ਮੈਂ ਇੱਕ ਮਿੰਟ ਜੀ ਮੈਂ ਇਹਦੇ 'ਚ ਥੋੜੀ ਗੱਲ ਦਾ ਵਾਧਾ ਕਰਨਾ ਚਾਹੁੰਦਾ ਹਾਂ। ਜਿਹੜਾ ਸੀਗਾ ਵੀ ਰਾਜੇ ਵਾਲੇ ਕੇ ਕਹਿੰਦੇ ਜੀ ਗਰਾਹਾਂ ਵਾਲੇ ਸਾਹਿਬ ਤਾਂ ਸਾਡੀ ਗੱਲ ਹੋ ਗਈ, ਆਉਣਗੇ। ਅਸੀਂ ਇਹਦੇ ਉਲਟ ਕਹਿਣਾ ਚਾਹੁੰਦੇ ਹਾਂ ਕਿ ਉਹ ਗੇੜਾ ਗੂੜਾ ਮਾਰਿਆ, ਉਹਨੂੰ ਦੇਖਿਆ ਹੁਣ ਸਾਡੇ ਕੋਲ ਉਹਨਾਂ ਨੂੰ ਸਾਡੇ ਵਾਲੇ ਥਾਂ ਤੇ ਆਉਣਾ ਪੈਣਾ। ਅਸੀਂ ਨਾ ਪਹਿਲਾਂ ਗਏ ਚੋਣਾਂ 'ਚ, ਨਾ ਗਾਂ ਨੂੰ ਜਾਣਾ। ਇੱਕ ਹੀ ਇਹਦੇ ਨਾਲ ਥੋੜੀ ਇੱਕ ਸਕਿੰਟ ਦੀ ਹੋਈ। ਦੇਖੋ ਅਸੀਂ ਦਿੱਲੀ ਤੋਂ ਆਏ, ਆਉਣ ਸਾਰ ਜ਼ਿਲ੍ਹਾ ਹੈੱਡਕੁਆਟਰ ਦੇ ਧਰਨੇ ਦਿੱਤੇ, ਉਹਨਾਂ ਦੇ ਘਰੋਂ ਵੀ ਕੀਤੇ ਤੇ ਟੂਲ ਪਲਾਜ਼ੇ ਤੇ ਹਜੇ ਵੀ ਬੈਠੇ ਆ। ਜੇ ਤੁਹਾਡੀ ਮੰਨ ਲਈ ਅਸੀਂ ਚੋਣਾਂ ਲੜਨੀਆਂ ਹੋਣ, ਮੰਨ ਲਓ ਅਸੀਂ ਆਹ 5 ਚੋਣਾਂ ਜਾ ਵੜੇ, ਪਿੱਛੇ ਸਾਡਾ ਸੰਘਰਸ਼ ਕੌਣ ਚਲਾਊਗਾ? ਇਹਦਾ ਸੰਘਰਸ਼ ਦਾ ਫੱਟਾ ਉਧਰ ਹੀ ਬੰਦ। ਜਿਹੜੀਆਂ ਜਥੇਬੰਦੀਆਂ ਚੋਣਾਂ ਕਰਨ ਜਾ ਵੜੀਆਂ, ਉਹਨਾਂ ਦੀ ਕੋਈ ਸੰਘਰਸ਼ ਦੀ ਗੱਲ ਆਈ? 2 ਮਹੀਨੇ ਰਹਿਣ, 3 ਮਹੀਨੇ ਚੱਲੇ ਉਧਰ ਗੇੜ 'ਚ, ਜਾਂ ਕੋਈ ਬਣ ਜਾਣ। ਯਾਨੀ ਜਿਹੜਾ ਉਹਦਾ ਸੰਘਰਸ਼ ਦੇ ਜ਼ੋਰ ਤੇ ਕੁਛ ਅਸੀਂ ਮਨਾਇਆ ਸੀ ਸੈਂਟਰ ਤੋਂ, ਉਹ ਤੋਂ ਤਾਂ ਪਾਸੇ ਹੋ ਗਿਆ, ਉਹਦਾ ਹਰਜਾ ਤਾਂ ਹੋ ਗਿਆ ਇੱਕ ਪੱਧਰ ਤੇ। ਇਹ ਗੱਲ ਉਹਨੂੰ ਜਾ ਕੇ ਉੱਥੇ ਸਮਝ ਆ ਜੂਗੀ। ਧੰਨਵਾਦ। ਹਾਂਜੀ। दिल्ली में जब किसान आंदोलन चला, वहाँ पर जो किसान शहीद हुए हैं, मांग को लेकर आप पंजाब सरकार से मिले थे सर। कितना आंकड़ा आपने पंजाब सरकार को दिया था जो किसान शहीद हुए थे? कितनों को नौकरी दी गई और कितनों को मुआवजा? क्योंकि ये बात अधर पे लटक रही है, दोबारा बैठक नहीं हो पाएगी मुख्यमंत्री। देखो, पंजाब सरकार को जो हमने आंकड़ा दिया वो हमारा 400 से प्लस है, कुछ 407 दिया आंकड़ा। उसमें से मेरे ख्याल में 180 लोगों को, जो शहीद हुए परिवार है, उनको नौकरी मिल गई है। कंपनसेशन तकरीबन लगभग सबको मिल गया। एक आधा केस हो सकता है पेंडिंग हो, वो लेकिन हो गया है। उन्होंने एक गल कही सी कि ਅਸੀਂ ਚੋਣ ਮੈਨੀਫੈਸਟੋ ਦੇਖਾਂਗੇ ਸਾਰੀਆਂ ਪਾਰਟੀਆਂ ਦਾ, ਜਿਹਦਾ ਸਾਨੂੰ ਚੋਣ ਮੈਨੀਫੈਸਟੋ ਚੰਗਾ ਲੱਗੂਗਾ ਉਹਦੇ ਵੱਲ ਹੋ ਸਕਦਾ ਹੈ ਵੀ ਅਸੀਂ ਆਪਣਾ ਸਮਰਥਨ ਦੇ ਦਈਏ ਜਾਂ ਆਪਣੇ ਕਾਡਰ ਨੂੰ ਕੁਝ ਕਹਿ ਦਈਏ। ਤੁਸੀਂ ਐਸਾ ਫੈਸਲਾ ਲਓਗੇ ਜਾਂ ਕਾਡਰ ਨੂੰ ਆਪਣੀ ਸੋਚ ਤੇ ਛੱਡ ਦਿਓਗੇ ਕਿ ਤੁਸੀਂ ਜਿਵੇਂ ਕਰਨਾ ਚਾਹੁੰਦੇ ਹੋ ਕਰ ਲਓ? ਕੋਈ ਚੋਣ ਮੈਨੀਫੈਸਟੋ ਤੁਸੀਂ ਵੀ ਐਨਾਲਾਈਜ਼ ਕਰੋਗੇ? ਨਹੀਂ ਸਾਥੀ, ਉਹ ਜਥੇਬੰਦੀਆਂ ਦਾ ਆਪਣਾ ਫੈਸਲਾ ਹੈ। ਉਹਨਾਂ ਨੇ ਕਿਵੇਂ ਚੋਣ ਮੈਨੀਫੈਸਟੋ ਦੇਖ ਕੇ ਕਿਸੇ ਕੱਟੇ ਦੀ ਪੂਛ ਫੜ ਕੇ ਉਹਨਾਂ ਨਾਲ ਰਲਣਾ ਕਿ ਬੱਚੇ ਦੀ ਪੂਛ ਫੜ ਕੇ ਉਹਨਾਂ ਨਾਲ ਰਲਣਾ, ਉਹਨਾਂ ਦਾ ਆਪਦਾ ਫੈਸਲਾ ਹੈ। ਅਸੀਂ ਤੁਹਾਨੂੰ ਸਪਸ਼ਟ ਦੱਸਦੇ ਹਾਂ, ਚੋਣ ਮੈਨੀਫੈਸਟੋ ਕੋਈ ਕੁਛ ਵੀ ਪਾ ਦੇਵੇ, ਅਸੀਂ ਨਾ ਉਹਨਾਂ ਦੀ ਹਮਾਇਤ ਕਰਨੀ ਹੈ, ਨਾ ਅਸੀਂ ਚੋਣਾਂ 'ਚ ਹਿੱਸਾ ਲੈਣਾ। ਉਹਨਾਂ ਦੀ ਨਹੀਂ,
ਕਿਸੇ ਦੀ ਵੀ ਪਿਛਲੇ ਚੋਣ ਮੈਨੀਫੈਸਟੋ ਕਿਸੇ ਦੀ ਪਿਛਲੇ ਚੋਣ ਮੈਨੀਫੈਸਟੋ ਦਾ ਕੀ ਬਣਿਆ ਚੋਣ ਮੈਨੀਫੈਸਟੋ ਸੀ ਕਿਹਾ ਸੀ ਜ਼ਿਕਰੀ ਸਟੇਜ ਤੋਂ ਕਿ ਸਿਆਸੀ ਦਲਾਂ ਨੂੰ ਘੇਰਿਆ ਜਾਵੇਗਾ। ਬਹੁਤ ਸਾਰੇ ਮੁੱਦੇ ਵਿੱਦਿਆ ਦਾ ਤੁਸੀਂ ਜ਼ਿਕਰ ਕੀਤਾ, ਤੁਸੀਂ ਸਿਹਤ ਸੇਵਾਵਾਂ ਦਾ ਜ਼ਿਕਰ ਕੀਤਾ, ਉਹਨਾਂ ਨੂੰ ਲੈ ਕੇ ਘੇਰਿਆ ਜਾਵੇਗਾ ਕਿ ਹੁਣ ਜਿਹੜੇ ਤੁਹਾਡੇ ਸਾਥੀ ਸਿਆਸੀ ਧਿਰ ਬਣਾਏ ਗਏ ਉਹਨਾਂ ਨੂੰ ਵੀ ਘੇਰੋਗੇ ਇਹਨਾਂ ਮੁੱਦਿਆਂ ਨੂੰ ਲੈ ਕੇ ਜਿੰਨਾ ਮੁੱਦਾ ਦੇਖੋ ਸਾਥੀਓ, ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਗਏ ਸੀ ਉਦੋਂ ਤੱਕ ਸਾਡੀ ਇਹ ਪੋਜੀਸ਼ਨ ਸਟੈਂਡ ਕਰਦੀ ਸੀ, ਘੇਰਿਆ ਜਾਏਗਾ। ਤੁਸੀਂ ਇੱਕ ਹੋਰ ਸਾਡਾ ਬਿਆਨ ਵੀ ਪੜ੍ਹਿਆ ਹੋਣਾ, ਅਸੀਂ ਘੇਰਨ ਦੇ ਵਿੱਚ ਰੱਖਿਆ ਸੀ ਵੀ ਬੀਜੇਪੀ ਨੂੰ ਘੇਰਿਆ ਜਾਵੇਗਾ, ਦੋਨਾਂ ਤੋਂ ਸਵਾਲ ਪੁੱਛਾਂਗੇ। ਹੁਣ ਇਹ ਕਾਨੂੰਨ ਵਾਪਸ ਹੋ ਗਏ, ਹੁਣ ਸਾਰਿਆਂ ਨੂੰ ਸਵਾਲ ਪੁੱਛਾਂਗੇ। ਹੁਣ ਘੇਰ ਘਰੀਏ ਵਾਲਾ ਸਵਾਲ ਨਹੀਂ ਹੈ। ਗੁਰਾਂ ਸਾਹਿਬ ਤੁਸੀਂ ਕਹਿੰਦੇ ਵੀ ਸਿਸਟਮ ਦੇ ਵਿੱਚ ਅਸੀਂ ਜਾਣਾ ਨਹੀਂ, ਦੂਸਰੇ ਪਾਸੇ ਤੁਸੀਂ ਲੋਕ ਲਹਿਰ ਦੀ ਗੱਲ ਕਰ ਰਹੇ ਹੋ, ਪਰ ਅਲੱਗ-ਅਲੱਗ ਜਥੇਬੰਦੀਆਂ ਜੇ ਇਸ ਤਰ੍ਹਾਂ ਰਹਿਣਗੀਆਂ ਤਾਂ ਕੀ ਲੋਕ ਲਹਿਰ ਬਣ ਜਾਏਗੀ ਤੁਹਾਡੀ, ਔਰ ਕਿੰਨਾ ਟਾਈਮ ਲੱਗੇਗਾ? ਜਥੇਬੰਦੀਆਂ ਕਿਧਰੇ ਨਹੀਂ ਜਾਂਦੀਆਂ, ਉਹ ਤਾਂ ਦੌਰਾ ਕਰਨ ਗਏ ਨੇ, ਮੁੜੇ ਹੋਣਗੇ ਸਾਡੇ ਕੋਲ ਹੀ ਆਉਣਾ ਉਹਨਾਂ ਨੇ ਬਾਈ, ਉਦੋਂ ਕਰ ਲਾਂਗੇ। ਹੁਣ ਕਾਨੂੰਨ ਵਾਪਸ ਹੋ ਗਏ, ਕੀ ਜਿਹੜੇ ਜ਼ਿਮੀਂਦਾਰ ਨੇ ਜਾਂ ਜਿਹੜੇ ਮਜ਼ਦੂਰ ਨੇ ਉਹ ਖੁਦਕੁਸ਼ੀਆਂ ਕਰਨੋਂ ਹਟ ਜਾਣਗੇ? ਨਹੀਂ ਬਾਈ, ਬਹੁਤ ਵੱਡੀਆਂ ਬੇਸਿਕ ਮੰਗਾਂ ਤਾਂ ਸਾਡੀਆਂ ਸਟੈਂਡ ਕਰਦੀਆਂ ਨੇ। ਅਸੀਂ ਤੁਹਾਨੂੰ ਕਿਹਾ ਵੀ ਬੁਨਿਆਦੀ ਮੰਗਾਂ ਤਾਂ ਸਾਡੀਆਂ ਸਟੈਂਡ ਕਰਦੇ ਨੇ, ਤਾਂ ਇੱਕ ਅਟੈਕ ਮੋੜਿਆ ਵਾਪਸ। ਅਜੇ ਸਾਡੇ ਚੁੱਲ੍ਹਿਆਂ ਨੂੰ ਫਾਇਦਾ ਤਾਂ ਕੋਈ ਹੋਇਆ ਨਹੀਂ ਇਹਦਾ। ਜਿਹੜੀਆਂ ਬੁਨਿਆਦੀ ਇਸ਼ੂ ਨੇ ਜਿਹੜੇ ਜਿੰਨਾ ਚਿਰ ਉਹ ਹੱਲ ਨਹੀਂ ਹੁੰਦੇ, ਖੁਦਕੁਸ਼ੀਆਂ ਰਹਿਣਗੀਆਂ, ਆਰਥਿਕ ਸੰਕਟ ਰਹੂਗਾ। ਆਪਣੇ ਸਾਥੀਆਂ ਨੂੰ ਕੋਈ ਅਪੀਲ ਕਰਨੀ ਚਾਹੋਗੇ ਜੋ ਫੈਸਲਾ ਲਿਆ ਉਹਨਾਂ ਨੇ? ਕਰ ਦੇ ਬਈ ਤੂੰ ਅਪੀਲ, ਥੋੜੀ ਛੋਟੀ ਕਰੇ ਅਪੀਲ ਵਾਪਸ ਮੁੜਿਆ ਹੁਣ। ਇੱਕ ਮਿੰਟ, ਅਪੀਲ ਵੀ ਕਰ ਦਿਆਂਗੇ। ਮੈਂ ਜਿਹੜੀ ਗੱਲ ਸਾਫ਼ ਕਰਨੀ ਚਾਹੁੰਦਾ ਹਾਂ, ਜਿਹੜਾ ਇੱਧਰੋਂ ਸਵਾਲ ਆਇਆ ਸੀਗਾ ਚੋਣ ਮੈਨੀਫੈਸਟੋ ਦਾ, 1952 ਤੋਂ ਜੋ ਪਹਿਲੀ ਇਲੈਕਸ਼ਨ ਹੋਈ ਉਦੋਂ ਤੋਂ ਲੈ ਕੇ ਚੋਣ ਮੈਨੀਫੈਸਟੋ ਚੱਕ ਲਓ ਸਾਰੀਆਂ ਪਾਰਟੀਆਂ ਦੇ A to Z, ਕਿਸੇ ਨੇ ਆਪਦੀ ਉਹ ਚੋਣ ਮੈਨੀਫੈਸਟੋ ਦੇ ਵਾਅਦੇ ਪੂਰੇ ਨਹੀਂ ਕੀਤੇ। ਅਸੀਂ ਕਿਉਂ ਕਿਸੇ ਦਾ ਚੋਣ ਮੈਨੀਫੈਸਟੋ ਵੇਖ ਕੇ ਉਹਦੀ ਹਮਾਇਤ ਕਰਾਂਗੇ? ਅਸੀਂ ਤਾਂ ਉਹਦਾ ਅਮਲ ਵੇਖ ਕੇ ਦੇਖਾਂਗੇ। ਹੋ ਸਕਦਾ ਕੱਲ ਨੂੰ ਇਹ ਜਥੇਬੰਦੀਆਂ ਆ ਜਾਣ ਤਾਕਤ ਵਿੱਚ, ਕਿਸਾਨਾਂ ਦੇ ਆਹ ਮਸਲੇ ਹੱਲ ਕਰ ਦੇਣ ਜਿਹੜੇ ਅਸੀਂ ਤੁਹਾਡੇ ਸਾਹਮਣੇ ਰੱਖੇ ਆ, ਜ਼ਮੀਨਾਂ ਦੀ ਵੰਡ ਵਾਲੇ, ਸੂਦਖੋਰੀ ਵਾਲੇ, ਹੋਰ ਬੁਨਿਆਦੀ ਵੱਡੇ ਮਸਲੇ, ਸਾਮਰਾਜੀਆਂ ਦੀ ਜਕੜ ਤੋੜਨ ਵਾਲੇ, ਇਹ ਹੱਲ ਕਰ ਦੇਣ, ਦੇਖ ਲਾਂਗੇ। ਪਰ ਅੱਜ ਬਿਲਕੁਲ ਨਹੀਂ। ਕੋਈ ਦੂਜੀ ਗੱਲ ਅਸੀਂ ਅਪੀਲ ਇਹ ਕਰਨੀ ਚਾਹੁੰਦੇ ਹਾਂ ਪੂਰੇ ਕਿਰਤੀ ਸਮਾਜ ਨੂੰ, ਕਿਸਾਨਾਂ ਨੂੰ ਵੀ, ਖੇਤ ਮਜ਼ਦੂਰਾਂ ਨੂੰ ਵੀ, ਸਨਅਤੀ ਮਜ਼ਦੂਰਾਂ ਨੂੰ ਵੀ, ਪੱਤਰਕਾਰ, ਵਕੀਲ, ਬੁੱਧੀਜੀਵੀ, ਸਾਰਿਆਂ ਨੂੰ, ਕਿ ਆ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਜਮਾਤ ਹੈ ਕਿਰਤੀ ਜਮਾਤ, ਇਹਦੇ ਨਾਲ ਜਿਹੜੀਆਂ ਹੋਰ ਸਾਰੀਆਂ ਕਿਰਤੀ ਜਮਾਤਾਂ ਹੈ, ਇਹਨਾਂ ਦੇ ਹਿੱਤਾਂ ਵਾਸਤੇ ਜਿਹੜੀ ਅਸੀਂ ਗੱਲ ਕਹੀ ਆ ਸੰਘਰਸ਼ਾਂ ਨੂੰ ਹੋਰ ਕਰੜੇ ਕਰਨ ਵਾਲੀ, ਹੋਰ ਮਜ਼ਬੂਤ ਕਰਨ ਵਾਲੀ, ਉਹਦੇ ਵਿੱਚ ਆਪਦਾ ਯੋਗਦਾਨ ਪਾਓ। ਜਿੰਨਾ ਚਿਰ ਇਹ ਲਹਿਰ ਨਹੀਂ ਖੜੀ ਹੁੰਦੀ ਉਹਨਾਂ ਚਿਰ ਬੇਸ਼ੱਕ ਜਿਹਦਾ ਜੀ ਕਰਦਾ ਵੋਟਾਂ ਵੀ ਜਿੱਥੇ ਜੀ ਕਰਦਾ ਪਾ ਲਓ। ਅਸੀਂ ਨਹੀਂ ਕਹਿਣਾ ਵੀ ਇਹਨੂੰ ਪਾਓ ਤੇ ਇਹਨੂੰ ਨਾ ਪਾਓ, ਇਹ ਸਾਡੀ ਨੀਤੀ ਨਹੀਂ ਹੈ। देखिए सर, 15 वाली मीटिंग में पहले बोल चुका हूँ, वो स्टैंड हमारी कर रही है, लेकिन दूसरा सदा हमें नहीं है। और बोलो, और बताएं, कोई सवाल नहीं सर। हल की नजर आउंदा, ਅਸੀਂ ਵਾਰ-ਵਾਰ ਹੱਲ ਦਾ ਰਹੇ, ਕੀ ਗੱਲਾਂ ਵਿਰੋਧੀ ਹੱਲ ਆਉਂਦਾ ਹੈ? ਮੇਰਾ ਸਵਾਲ ਇਹ ਕਿ ਪਾਰਲੀਮੈਂਟ ਮੇਰਾ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਵੀ ਕਾਨੂੰਨਾਂ ਦਾ ਸਿਰਫ ਅਸੀਂ ਵਿਰੋਧ ਹੀ ਕੀਤਾ ਕਿ ਹੱਲ ਕੀਤਾ? ਮੈਨੂੰ ਇਹ ਜਵਾਬ ਦਿਓ। ਵਿਰੋਧ ਕੀਤਾ, ਵਿਰੋਧ ਤੋਂ ਹੱਲ ਵੀ ਨਿਕਲਿਆ ਨਾ। ਸਵਾਲ ਮੇਰਾ ਉਸ ਤੋਂ ਜੇ ਕਿਸੇ ਦਾ ਵਿਰੋਧ ਨਹੀਂ ਹੋਊ ਤਾਂ ਹੱਲ ਕਿਵੇਂ ਹੋ? 2 ਮਿੰਟ ਸਰ, ਜਿਹੜੀ ਜਗ੍ਹਾ ਤੋਂ ਕਾਨੂੰਨ ਬਣੇ ਆ, ਜੇ ਕਾਨੂੰਨ ਬਣਦੇ ਹੀ ਨਾ ਤਾਂ ਤੁਹਾਨੂੰ ਵਿਰੋਧ ਕਰਨ ਦੀ ਲੋੜ ਹੀ ਨਾ ਪੈਂਦੀ। ਮੇਰਾ ਸਵਾਲ ਉੱਥੋਂ ਹੁੰਦਾ ਬਈ, ਜੇ ਤੂੰ ਕਰਜਈ ਹੋਵੇਂ ਤੈਨੂੰ ਤਾਂ ਪਤਾ ਲੱਗੇ। ਮੈਂ ਤਾਂ ਕਰਜਈ ਜਿਹੜਾ ਬੰਦਾ ਹੁੰਦਾ ਨਾ, ਉਹ ਖਾਲੀ ਪ੍ਰਨੋਟਾਂ ਤੇ ਵੀ ਦਸਤਖਤ ਲਾਉਂਦਾ, ਛੋਟਾ ਉੱਥੋਂ ਕਾਨੂੰਨ ਉਹ ਗੂਠੇ ਵੀ ਉੱਥੇ ਲਾ ਲੈਂਦੇ ਨੇ ਵੀ ਖਾਲੀ ਪ੍ਰਨੋਟ ਤੇ ਖਾਲੀ ਕਾਗਜ਼ ਤੇ ਅਸੀਂ ਜੋ ਮਰਜ਼ੀ ਲਿਖ ਲਈਏ। ਉਹ ਕਰਜਈ ਸਾਡੀ ਹਕੂਮਤ ਹੈ ਜਿਹੜੀ ਵਿਦੇਸ਼ੀ ਸਾਮਰਾਜੀ ਮੁਲਕਾਂ ਦੀ, ਵਿਸ਼ਵ ਪਰ ਸੰਸਥਾ ਤੇ ਸੰਸਾਰ ਬੈਂਕ ਦੀ ਕਰਜਈ ਹੈ, ਕਠਪੁਤਲੀ ਹੈ। ਉਹਨਾਂ ਇੱਕ ਸੁਣੋ ਮੇਰੀ ਗੱਲ, ਕੋਈ ਸੰਸਾਰ ਬੈਂਕ ਕਿਸੇ ਦੇਸ਼ ਨੂੰ ਇਹ ਕਹਿ ਸਕਦਾ ਹੈ ਤੁਸੀਂ ਅਨਾਜ ਦੇ ਭੰਡਾਰ ਕਿਉਂ ਰੱਖੇ ਨੇ? ਕੋਈ ਵੀ ਨੀਤੀ ਇਹ ਕਹਿ ਸਕਦੀ ਹੈ ਵੀ ਤੁਸੀਂ ਐਜੂਕੇਸ਼ਨ ਹੈ ਪ੍ਰਾਈਵੇਟ, ਇਹ ਸਰਕਾਰੀ ਕਿਉਂ ਰੱਖੀ ਹੈ? ਕੋਈ ਸੰਸਾਰ ਬੈਂਕ ਦੀ ਕੋਈ ਤਾਕਤ, ਵੱਡੀ ਤਾਕਤ ਇਹ ਕਹਿ ਸਕਦੇ ਕਿਸੇ ਮੁਲਕ ਨੂੰ ਕਿ ਤੁਸੀਂ FCA ਤੇ ਸਰਕਾਰੀ ਮੰਡੀਆਂ ਕਿਉਂ ਰੱਖੀਆਂ ਨੇ? ਇਹ ਦਾਖਲਅੰਦਾਜ਼ੀ ਕਿੱਧਰੋਂ ਬਣਦੀ ਹੈ? ਇਹਦਾ ਮਤਲਬ ਇਹ, ਜੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਕੁੜੀ ਦਾ ਵਿਆਹ ਕਰਨਾ, 20 ਬੰਦਿਆਂ ਤੋਂ ਵੱਧ ਨਹੀਂ ਬੁਲਾਉਣੇ,
ਪੈਲਸ ਨਹੀਂ ਬੁੱਕ ਕਰਨਾ, ਮੀਟ ਸ਼ੀਟ ਨਹੀਂ ਬਣਾਉਣਾ, ਦਾਰੂ ਨਹੀਂ ਦੇਣਾ, ਤੂੰ ਗੂਠਾ ਲਾ ਕੇ ਆਵੇਂਗਾ ਜੇ ਕਰਜ਼ਾ ਹੀ ਹੋਇਆ ਬਾਈ। ਗੱਲ ਇਹੀ ਹੈ ਨਾ ਜੀ, ਜਿਹੜਾ ਕਰਜ਼ਾ ਚੜਾਇਆ ਹਕੂਮਤ ਨਹੀਂ ਚੜਾਇਆ ਨਾ, ਜੇ ਹਕੂਮਤ ਚੰਗੀ ਹੁੰਦੀ ਤਾਂ ਸ਼ਾਇਦ ਕਰਜ਼ਾ ਨਾ ਚੜਦਾ। ਔਰ ਕਰਜ਼ੇ ਦੇ ਕਰਕੇ ਅੱਜ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਨੀਤੀਆਂ ਜਿਹੜੀਆਂ ਲਾਗੂ ਕਰਾਉਣੀਆਂ ਪੈ ਰਹੀਆਂ, ਤਾਂ ਕਿਉਂ ਨਾ ਪਾਲਿਸੀਆਂ ਆਪਣੇ ਦੇਸ਼ 'ਚ ਵਧੀਆ ਲਾਗੂ ਕਰਕੇ ਉਹ ਕਰਜ਼ਾ ਉਤਾਰ ਕੇ ਆਪਣੇ ਦੇਸ਼ ਨੂੰ ਤੇ ਲੈ ਜਾਇਆ ਜਾਵੇ। ਗੱਲ ਦਾ ਜਵਾਬ ਤਾਂ ਸਾਡੀ ਦਾ ਬਾਈ ਆਪ ਹੀ ਦੇਤਾ ਹੁਣ ਤਾਂ, ਇਹੀ ਅਸੀਂ ਕਹਿੰਦੇ। ਇੱਕ ਮਿੰਟ ਭਾਜੀ, ਹੁਣ ਤਾਂ ਵੈਸੇ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਗੱਲ ਸਾਫ਼ ਕਰਤੀ ਸੀ, ਜਿਹੜੀ ਸਦਾਮ ਹੁਸੈਨ ਦੀ ਮਿਸਾਲ ਦਿੱਤੀ ਹੈ। ਜਿੰਨਾ ਚਿਰ ਸਦਾਮ ਹੁਸੈਨ ਸਾਮਰਾਜੀਆਂ ਦਾ ਚੌਕੀਦਾਰ ਬਣ ਕੇ ਚੱਲਦਾ ਰਿਹਾ, ਅਮਰੀਕਾ ਦਾ ਤੇ ਹੋਰ ਸਾਮਰਾਜੀ ਦੇਸ਼ਾਂ ਦਾ, ਜਿਨ੍ਹਾਂ 6 ਦੇਸ਼ਾਂ ਨੇ ਹਮਲਾ ਕੀਤਾ ਸੀ ਫੌਜੀ ਹਮਲਾ ਇਰਾਕ ਤੇ, ਤੁਹਾਨੂੰ ਪਤਾ ਹੋਊ ਇਹ ਇਤਿਹਾਸ, ਉਹਨਾਂ ਚਿਰ ਉਹਨੂੰ ਕੁਝ ਨਹੀਂ ਕਿਹਾ। ਉਹ ਵੀ ਚੁਣਿਆ ਹੋਇਆ ਨੁਮਾਇੰਦਾ ਸੀ ਉੱਥੋਂ ਦੇ ਲੋਕਾਂ ਦਾ, ਰਾਸ਼ਟਰਪਤੀ ਸੀ ਉਹ ਦੇਸ਼ ਦਾ। ਉਹਨੂੰ ਵਰਤਿਆ ਇਰਾਨ ਤੇ ਹਮਲਾ ਕਰਨ ਵਾਸਤੇ, ਉਹਦੀ ਧਰਤੀ ਵਰਤੀ, ਉਹਦੀ ਫੌਜ ਵਰਤੀ। ਜਿਵੇਂ ਇਸ ਵੇਲੇ ਇੱਥੇ ਆ ਚੱਲ ਰਹੀਆਂ ਹੈਗੀਆਂ ਚਾਲਾਂ, ਕਿਸੇ ਵੇਲੇ ਪਾਕਿਸਤਾਨ ਦੇ ਖਿਲਾਫ ਸਾਡੀ ਫੌਜ, ਸਾਡੀ ਧਰਤੀ ਵਰਤੀ ਜਾ ਸਕਦੀ ਹੈ ਸਾਮਰਾਜੀਆਂ ਵੱਲੋਂ। ਪਰ ਜਦੋਂ ਉਹਨੇ ਆਪਦੇ ਦੇਸ਼ ਦੀਆਂ ਇਹ ਨੀਤੀਆਂ ਲਿਆਂਦੀਆਂ ਵੀ ਅਸੀਂ ਤਾਂ ਕੌਮੀਕਰਨ ਕਰਾਂਗੇ ਸਾਰੇ ਮਹਿਕਮਿਆਂ ਦਾ, ਅਸੀਂ ਸਾਮਰਾਜੀਆਂ ਦੇ ਗੁਲਾਮ ਨਹੀਂ, ਜਦੋਂ ਇਹ ਲਿਆਂਦੀਆਂ ਉਦੋਂ ਹੀ ਬਹਾਨਾ ਬਣਾ ਕੇ ਪਰਮਾਣੂ ਹਥਿਆਰਾਂ ਦਾ, ਜਿਹੜਾ ਬਾਅਦ 'ਚ ਸਾਰੀ ਤਲਾਸ਼ੀ ਲੈਣ ਤੋਂ ਬਾਅਦ 'ਚ ਸਾਬਤ ਹੋ ਗਿਆ ਵੀ ਕੋਈ ਪਰਮਾਣੂ ਹਥਿਆਰ ਨਹੀਂ ਸੀ, ਹੱਲਾ ਬੋਲਿਆ, ਸਾਰਾ ਮੁਲਕ ਤਬਾਹ ਕੀਤਾ ਤੇ ਉਹਨੂੰ ਫਾਂਸੀ ਟੰਗਿਆ ਵੀ ਤੂੰ ਕਤਲੇਆਮ ਕਰਾਤਾ, ਲੋਕਾਂ ਦਾ ਕਤਲੇਆਮ ਆਪ ਕੀਤਾ। ਇੱਕ ਮਿੰਟ ਮੈਂ ਭਾਵੇਂ ਲੰਮੀ ਹੁੰਦੀ ਗੱਲ ਸਮਝਣ 'ਚ ਫਿਰ ਟਾਈਮ ਲੱਗੂਗਾ, ਜੇ ਗੱਲ ਸਮਝਣੀ ਹੈ ਤਾਂ। ਇਸੇ ਤਰ੍ਹਾਂ ਹੀ ਚਿੱਲੀ ਦੇ ਵਿੱਚ ਅੱਜ ਤੋਂ ਘੱਟੋ ਘੱਟ 45 ਸਾਲ ਪਹਿਲਾਂ ਵੱਡੀ ਬਹੁਸੰਮਤੀ ਉੱਥੋਂ ਦੀ ਕਿਸਾਨਾਂ ਮਜ਼ਦੂਰਾਂ ਦੀ ਪਾਰਟੀ ਨੂੰ ਮਿਲ ਗਈ ਸੀ, ਵੱਡੀ ਬਹੁਸੰਮਤੀ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ। ਪਰ ਜਿੱਦਾਂ ਸਹੁੰ ਚੱਕਣੀ ਸੀ, ਜਿਹੜਾ ਸਿਸਟਮ ਦੀ ਗੱਲ ਕਰਦੇ ਆ, ਫੌਜੀ ਜਰਨੈਲਾਂ ਨੂੰ ਕਹਿਤਾ ਸਾਰੇ MP ਚੱਕ ਕੇ ਜੇਲ੍ਹ 'ਚ ਤਾੜਤੇ ਤੇ ਘੱਟੋ ਘੱਟ 5 ਸਾਲ ਜੇਲ੍ਹ 'ਚ ਹੀ ਤਾੜੀ ਰੱਖੇ, ਕੋਈ ਮੁਕੱਦਮਾ ਨਹੀਂ, ਕੁਛ ਨਹੀਂ, ਫੌਜੀ ਰਾਜ ਲਾਗੂ ਕਰਤਾ। ਆਹ ਸਿਸਟਮ ਦੀ ਤਾਕਤ ਆ ਇਹਨਾਂ ਦੇ ਹੱਥ 'ਚ, ਸਾਮਰਾਜੀਆਂ ਹੱਥ 'ਚ। ਇਹਦੇ ਮੁਕਾਬਲੇ ਦੀ ਤਾਕਤ ਜੇ ਬਣੂਗੀ ਫੇਰ ਕੁਛ ਬਣਨਾ, ਚੋਣਾਂ ਰਾਹੀਂ ਕੁਛ ਨਹੀਂ ਬਣਨਾ। ਆਹ ਤਜਰਬਾ 2 ਥਾਵਾਂ ਦਾ ਤੁਹਾਨੂੰ ਮੈਂ ਗਿਣਾਤਾ, ਹੋਰ ਬਥੇਰੀਆਂ ਮਿਸਾਲਾਂ ਹੈਗੀਆਂ ਦੁਨੀਆ ਦੇ ਵਿੱਚ। ਇਹ ਚੋਣਾਂ ਰਾਹੀਂ ਸਿਸਟਮ, ਜਿਹੜੀਆਂ ਬੁਨਿਆਦੀ ਨੀਤੀਆਂ ਉਹ ਨਹੀਂ ਬਦਲੀਆਂ ਜਾ ਸਕਦੀਆਂ। ਜਿਹੜਾ SSM ਬਣਿਆ ਜੀ, ਕਿ ਉਹ ਹੁਣ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਰਹਿ ਪਾਵੇਗਾ? ਕਿਉਂਕਿ ਆਪਣਾ ਸਵਾਲ ਪੂਰਾ ਲੜੀ ਗੁਰੂ ਨਾਨਕ ਦੇਵ ਜੀ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ ਚੱਲਦੇ ਅੰਦੋਲਨ ਦੇ ਦੌਰਾਨ, ਔਰ ਉਸ ਪ੍ਰੋਗਰਾਮ ਦਾ ਆਰਗੇਨਾਈਜ਼ ਇਹਨੇ ਚੜੂਨੀ ਸਾਹਿਬ ਨੇ ਕੀਤਾ ਜੀ, ਸਸਪੈਂਡ ਕੀਤਾ ਸੀ। ਹੁਣ ਤਾਂ ਸਿਆਸੀ ਧਿਰ ਬਣ ਗਏ ਨੇ ਜੀ, ਤੁਸੀਂ ਕਿਹਾ ਸਿਆਸਤ ਤੋਂ SKM ਦੂਰ ਰਹੇਗਾ, ਹਿੱਸਾ ਰਹਿਣਗੇ ਹੁਣ SSM ਵਾਲੇ ਜਾਂ ਵਕਾਲਤ ਕਰੋਗੇ ਬਾਹਰ ਕਰ? ਦੇਖੋ ਸਾਥੀ, ਉਸ ਟਾਈਮ ਅੰਦੋਲਨ ਚੱਲ ਰਿਹਾ ਸੀ, ਅੰਦੋਲਨ ਦੌਰਾਨ ਚੋਣਾਂ ਦੇ ਕੋਈ ਆਈਆਂ, ਚੋਣਾਂ ਦੇ ਵਿੱਚ ਕੋਈ ਜਾਵੇ ਜਾਂ ਚੋਣਾਂ ਦਾ ਐਲਾਨ ਕਰੇ, ਉਦੋਂ ਉਹ ਤੋਂ ਵਰਜਿਤ ਸੀ, ਇਸ ਕਰਕੇ ਉਹਦੇ ਅਸੀਂ ਇਹ ਕਾਰਵਾਈ ਕੀਤੀ ਸੀ। ਹੁਣ ਚੋਣਾਂ, ਉਹ ਮਸਲਾ ਕਾਨੂੰਨ ਵਾਪਸ ਹੋ ਗਏ, ਅਸੀਂ ਵਾਪਸ ਆ ਗਏ। ਇਹ ਜਿਹੜਾ ਮੋਰਚਾ ਬਣਿਆ SMS, ਇਹ ਉਹ ਕਾਨੂੰਨ ਵਾਪਸ ਹੋਣ ਤੋਂ ਬਾਅਦ ਬਣਿਆ, ਉਹ ਮੋਰਚਾ ਅਸੀਂ ਨੇ ਮੁਲਤਵੀ ਕਰ ਲਿਆ। ਇਹਨਾਂ ਦੇ ਬਾਰੇ ਅਸੀਂ 22-15 ਤਰੀਕ ਨੂੰ ਸੋਚਾਂਗੇ ਕਿ ਇਹ ਸੰਯੁਕਤ ਮੋਰਚੇ ਦੇ ਵਿੱਚ 22 ਜਿਹੜੀਆਂ ਜਥੇਬੰਦੀਆਂ ਨੇ, ਅੱਜ ਤੱਕ ਮਤਲਬ ਕਿਸਾਨ ਜਥੇਬੰਦੀਆਂ ਕਦੇ ਚੋਣਾਂ ਦੇ ਵਿੱਚ ਨਹੀਂ ਲੜੀਆਂ, ਜਿਹੜੇ ਲੜੀਆਂ ਨੇ ਤਾਂ ਪਾਰਟੀਆਂ ਲੜੀਆਂ ਨੇ। ਇਹ ਜੇ ਤਾਂ 22 ਦੀਆਂ 22 ਜਥੇਬੰਦੀਆਂ ਪਾਰਟੀ ਦੇ ਰੂਪ ਦੇ ਵਿੱਚ SMS ਦੇ ਵਿੱਚ ਸ਼ਾਮਲ ਹੋ ਗਈਆਂ, ਫਿਰ ਤਾਂ ਇਹਨਾਂ ਬਾਰੇ ਸੋਚਿਆ ਜਾਊ ਵੀ ਇਹਨਾਂ ਦਾ ਨਾਲ ਰਿਸ਼ਤਾ ਕਿਹੋ ਜਿਹਾ ਰੱਖੀਏ। ਜੇ ਇਹਨਾਂ ਨੇ ਆਪਦਾ ਪੋਲੀਟੀਕਲ ਵਿੰਗ ਵੱਖਰਾ ਬਣਾ ਕੇ ਕੋਈ ਆਉਂਦੇ ਨੇ, ਉਹਦੇ ਬਾਰੇ ਵਿਚਾਰ ਚਰਚਾ 15 ਤਰੀਕ ਤੇ ਕੀਤੀ ਜਾਊਗੀ। ਇਹ ਏਜੰਡਾ ਬਾਕੀ। ਇੱਕ ਮਿੰਟ ਬੇਨਤੀ ਸਾਰਿਆਂ ਨੂੰ, ਉਹ ਤਾਂ ਫੜਾਤੀਆਂ। ਆਹ ਜਥੇਬੰਦੀ ਵੱਲੋਂ ਇੱਕ ਪੈਂਫਲੇਟ ਛਪਵਾਇਆ ਹੋਇਆ ਹੈ, ਆ ਸਾਰੇ ਜਾਣੇ ਫੜ ਲਓ, ਉਹ ਦੇਖ ਲੈਣਾ। ਇਹ ਸਾਰੇ ਜਾਣਿਆਂ ਨੇ ਇੱਕ ਕਾਪੀ ਲੈ ਕੇ ਜਾਣੀ ਹੈ। ਇਹਦਾ ਤੱਤ ਦੇਖ ਲਿਓ, ਕੱਲਾ ਰੂਪ ਨਾ ਦੇਖਿਓ। ਆ ਨਹੀਂ ਪੂੰਜੀਵਾਦ ਸਾਹਮਣੇ ਜਾ ਕੇ ਇਹਦਾ ਤੱਤ ਦੇਖ ਲਿਓ ਜੀ, ਕੱਲਾ ਰੂਪ ਨਾ ਦੇਖ ਲਿਓ। ਠੀਕ ਹੈ ਜੀ। ਐ ਤਾਂ ਭਰਾਵਾ ਪੂੰਜੀਵਾਦ ਦੇ ਵਿੱਚ ਆ ਨਾ। ਆ ਲੈ ਲਓ ਸਾਰੇ। ਅੱਛਾ 1 to 5